ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ, ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਆਪਣਾ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਭਾਰ 18 ਮੇਵਾ ਹੋਵੈ, ਗਰੁੜਾ ਹੋਏ ਸੋ ਆਓ। ਚੰਦ ਸੂਰਜ ਦੋਇ ਫਿਰਦੇ ਰਖੀਐ, ਨਿਹਚਲ ਹੋਵੈ ਥਾਓ। ਭਾਰ 18 ਮੇਵਾ ਹੋਵੈ, ਗਰੁੜਾ ਹੋਏ ਸੋ ਆਓ। ਚੰਦ ਸੂਰਜ ਦੋਇ ਫਿਰਦੇ ਰਖੀਐ, ਨਿਹਚਲ ਹੋਵੈ ਥਾਓ। ਭੀ ਤੂੰ ਹੈ ਸਾਲਾਹਣਾ, ਆਖਣ ਲਹੈ ਨ ਚਾਓ। ਭੀ ਤੂੰ ਹੈ ਸਾਲਾਹਣਾ, ਆਖਣ ਲਹੈ ਨ ਚਾਓ। ਵਾਹਿਗੁਰੂ। ਇਹ ਪਵਿੱਤਰ ਸ਼ਬਦ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ। ਇਸ ਪਵਿੱਤਰ ਸ਼ਬਦ ਦੀ ਉਥਾਨਕਾ ਮੁਤਾਬਕ ਸਿੱਧਾਂ ਜੋਗੀਆਂ ਨੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਣਾ ਕੀਤਾ ਸੀ ਕਿ ਤੁਹਾਡੇ ਵਿੱਚ ਕਿੰਨੀ ਕੁ ਤਾਕਤ ਹੈ, ਤੁਹਾਡੀ ਭਗਤੀ ਵਿੱਚ ਕਿੰਨੀ ਕੁ ਤਾਕਤ ਹੈ। ਕਿਉਂਕਿ ਜੋਗੀ ਸਿੱਧ ਤਾਕਤ ਨੂੰ ਤੋਲਦੇ ਹਨ ਰਿੱਧੀਆਂ ਸਿੱਧੀਆਂ ਦੇ ਨਾਲ। ਧੰਨ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਹੀ ਅਵਸਥਾ ਵਿੱਚ ਜਵਾਬ ਦਿੰਦੇ ਹਨ ਕਿ ਜੇ ਮੈਂ ਚਾਹਾਂ। ਮਹੱਲਾ ਪਹਿਲਾ। ਭਾਰ 18 ਮੇਵਾ ਹੋਵੈ। ਭਾਰ 18 ਇਸ ਬਨਸਪਤੀ ਨੂੰ ਕਹਿੰਦੇ ਹਨ। ਕਹਿੰਦੇ ਜੇ ਮੈਂ ਚਾਹਾਂ ਤੇ ਸਾਰੀ ਬਨਸਪਤੀ ਹੀ ਮੇਵਿਆਂ ਨਾਲ ਭਾਵ ਫਲਾਂ ਦੇ ਨਾਲ ਭਰ ਦੇਵਾਂ। ਸਾਰੀ ਬਨਸਪਤੀ ਹੀ ਫਲ ਦੇਣ ਲੱਗ ਜਾਵੇ, ਮੇਵੇ ਦੇਣ ਲੱਗ ਜਾਵੇ। ਗਰੁੜਾ ਹੋਏ ਸੋ ਆਓ। ਤਾਂ ਗਰੁੜਾ ਇੱਕ ਪੰਛੀ ਦਾ ਨਾਮ ਹੀ ਹੈ, ਗਰੁੜ ਪੰਛੀ ਹੈ। ਔਰ ਬ੍ਰਾਹਮਣ ਲੋਕ ਗਰੁੜ ਚੌਲਾਂ ਨੂੰ ਵੀ ਕਹਿੰਦੇ ਹੈ। ਅਤੇ ਗਰੁੜ ਇੱਕ ਘਾਹ ਵੀ ਹੈ ਜਿਸ ਦੀ ਛੱਲੀ ਵਿੱਚ ਕੁਝ ਦਾਣੇ ਲੱਗਦੇ ਨੇ। ਪਾਤਸ਼ਾਹ ਕਹਿੰਦੇ ਜੇ ਮੈਂ ਉਸ ਘਾਹ ਦੇ ਦਾਣਿਆਂ ਨੂੰ ਚੌਲ ਬਣਾ ਦੇਵਾਂ। ਇਹ ਪਾਤਸ਼ਾਹ ਹੰਕਾਰ ਨਾਲ ਨਹੀਂ ਕਹਿ ਰਹੇ, ਇਹ ਜੋਗੀਆਂ ਨੂੰ ਦੱਸ ਰਹੇ ਹੈ ਕਿ ਇਸ ਭਗਤੀ ਵਿੱਚ ਕਿੰਨੀ ਕੁ ਪਾਵਰ ਹੈ। ਜਿਸ ਤਰ੍ਹਾਂ ਮਰਦਾਨੇ ਨੂੰ ਅੱਕਾਂ ਦੀਆਂ ਕੁਕੜੀਆਂ ਅੰਬ ਬਣਾ ਕੇ ਖਵਾ ਦਿੱਤੇ, ਜਿਸ ਤਰ੍ਹਾਂ ਰਾਮ ਰਾਏ ਨੇ ਔਰੰਗਜ਼ੇਬ ਦੇ ਕੋਲ ਉਸੇ ਭਗਤੀ ਦੀ ਸ਼ਕਤੀ ਨਾਲ ਬੇਅੰਤ ਕਰਾਮਾਤਾਂ ਵਿਖਾਈਆਂ। ਜਿਵੇਂ ਇੱਕ ਵਾਰੀ ਮੱਕੇ ਤੋਂ ਕੋਈ ਫਕੀਰ ਆਇਆ, ਔਰੰਗਜ਼ੇਬ ਨੂੰ ਮਿਲਿਆ ਅਤੇ ਕਹਿੰਦਾ ਜੀ ਮੈਂ ਤੁਹਾਡੇ ਲਈ ਮੱਕੇ ਦਾ ਫਲ ਲੈ ਕੇ ਆਇਆ, ਆ ਲਓ ਪ੍ਰਵਾਨ ਕਰੋ।
ਕਹਿੰਦੇ ਸਭਾ ਦੇ ਵਿੱਚ ਬੈਠਿਆਂ ਜਿਸ ਵੇਲੇ ਉਹ ਫਕੀਰ ਨੇ ਔਰੰਗਜ਼ੇਬ ਨੂੰ ਉਹ ਫਲ ਦਿੱਤਾ, ਔਰੰਗਜ਼ੇਬ ਕਹਿਣ ਲੱਗਿਆ ਰਾਮ ਰਾਏ ਨੂੰ, ਆਹ ਦੇਖੋ ਸਾਡੇ ਵਿੱਚ ਐਸੀਆਂ ਬਰਕਤਾਂ ਹਨ, ਆਹ ਜਿਹੜਾ ਫਲ ਹੈ ਮੱਕੇ ਦੇ ਵਿੱਚ ਕੇਵਲ ਅਸੀਂ ਖਾ ਸਕਦੇ ਹਾਂ, ਹੋਰ ਨਹੀਂ ਕਿਸੇ ਨੂੰ ਮਿਲਦਾ। ਤੁਸੀਂ ਇਹੋ ਜਿਹਾ ਫਲ ਲਿਆ ਸਕਦੇ ਹੋ? ਤਾਂ ਕਹਿੰਦੇ ਤੁਰੰਤ ਹੀ ਰਾਮ ਰਾਏ ਜੀ ਨੇ ਖੀਸੇ 'ਚ ਹੱਥ ਪਾਇਆ ਇੱਦਾਂ ਸਾਈਡ 'ਤੇ ਹੱਥ ਬਾਹਰ ਕੱਢਿਆ, ਕਹਿੰਦਾ ਆ ਲਓ ਮਿਲਾ ਕੇ ਦੇਖੋ ਇਸੇ ਨਾਲ ਦਾ ਹੀ ਆ। ਕਹਿੰਦੇ ਹੈ ਤਾਂ ਇਸੇ ਨਾਲ ਦਾ। ਅਤੇ ਰਾਮ ਰਾਏ ਜੀ ਕਹਿੰਦੇ ਹੈ ਵੀ ਤਾਜ਼ਾ, ਹੁਣੇ ਟੁੱਟਿਆ ਔਰ ਮੱਕੇ ਤੋਂ ਹੀ ਆਇਆ, ਹੋਰ ਕਿਤੇ ਹੁੰਦਾ ਵੀ ਨਹੀਂ, ਤੁਹਾਨੂੰ ਪਤਾ ਹੈ। ਭਾਵ ਇਹ ਭਗਤੀ ਵੀ ਸ਼ਕਤੀ ਹੈ। ਇਹ ਖਰਬੂਜੇ ਸ਼ਾਹ ਫਕੀਰ ਮਿਲਿਆ, ਉਹ ਖਰਬੂਜੇ ਸ਼ਾਹ ਫਕੀਰ ਜਿਹੜਾ ਇੱਕ ਲੱਕੜ ਦਾ ਖਰਬੂਜਾ ਬਣਾ ਕੇ ਨਾਲ ਰੱਖਦਾ ਸੀਗਾ ਗੇਂਦ ਵਾਂਗੂ, ਅਤੇ ਉਹਨੇ ਗੁਰੂ ਨਾਨਕ ਦੇਵ ਜੀ ਦੀ ਪ੍ਰੀਖਿਆ ਲਈ ਅਤੇ ਉਹ ਲੱਕੜ ਦਾ ਖਰਬੂਜਾ ਮੂਹਰੇ ਰੱਖਦਾ, ਕਹਿੰਦਾ ਜੀ ਖਰਬੂਜਾ ਛਕੋ। ਪਾਤਸ਼ਾਹ ਨੇ ਹੱਥ ਨਾਲ ਚੱਕਿਆ ਅਤੇ ਉਹ ਖਰਬੂਜਾ ਬਣਾ ਤਾ। ਲੱਕੜ ਦਾ ਸੀ, ਰੰਗ ਕੀਤਾ ਹੋਇਆ ਸੀ ਲੱਕੜ ਦੇ ਗੋਲੇ ਨੂੰ, ਪਰ ਜਦੋਂ ਪਾਤਸ਼ਾਹ ਨੇ ਹੱਥ ਲਾਇਆ ਤਾਂ ਉਹ ਖਰਬੂਜਾ ਹੀ ਬਣ ਗਿਆ ਸੱਚੀ ਮਿੱਚੀ ਦਾ। ਕਹਿੰਦੇ ਲਓ ਜੀ ਸਿੱਖੋ ਇਹਨੂੰ, ਕੱਟੋ, ਫਾੜੀਆਂ ਕਰੋ ਇਹਦੀਆਂ। ਅਤੇ ਕਹਿੰਦੇ ਫਾੜੀਆਂ ਕਰਕੇ ਸਾਰਿਆਂ ਨੂੰ ਵੰਡ ਦਿੱਤਾ, ਸਾਰਿਆਂ ਨੇ ਛਕ ਲਈਆਂ। ਮੁੜ ਕੇ ਉਹ ਫਕੀਰ ਕਹਿੰਦਾ ਜੀ ਮੇਰਾ ਖਰਬੂਜਾ ਦਿਓ। ਬਾਬਾ ਜੀ ਕਹਿੰਦੇ ਖਾਧਾ ਪੀਤਾ ਗਿਆ, ਹੁਣ ਕਿੱਥੋਂ ਦਈਏ? ਉਹ ਜਿਹੜੇ ਪੱਤੇ ਲਾ ਕੇ ਰੱਖੇ ਸੀ ਖਰਬੂਜੇ ਦੇ, ਉਹ ਪਾਤਸ਼ਾਹ ਨੇ ਇਕੱਠੇ ਕੀਤੇ ਅਤੇ ਕਹਿੰਦੇ ਆ ਚੱਕ। ਕਹਿੰਦੇ ਆ ਫਾੜੀ ਘੱਟ ਹੈ, ਕਹਿੰਦੇ ਤੂੰ ਘੱਟ ਕੀਤੀ ਆ, ਇਹ ਤੂੰ ਖਾਧੀ ਹੈ, ਇਹ ਤੂੰ ਪਾ ਇਹਦੇ 'ਚ, ਹੁਣ ਅਸੀਂ ਤਾਂ ਪਾਤੀਆਂ ਆਪਦੀਆਂ। ਕਹੋ ਸਤਿਨਾਮ ਸ੍ਰੀ। ਭਾਵ ਭਗਤੀ ਵਿੱਚ ਇੰਨੀ ਸ਼ਕਤੀ ਹੈ ਕਿ ਭਗਤੀ ਕੁਛ ਵੀ ਕਰ ਸਕਦੀ ਹੈ। ਮੈਂ ਕਿਹਾ ਇਹਦੀ ਸਿਫਤ ਕਰਾਂ, ਨਾਮਦੇਵ ਦੀ ਭਗਤੀ ਨੇ ਮੰਦਰ ਦਾ ਮੂੰਹ ਘੁਮਾ ਦਿੱਤਾ। ਕਹੋ ਸਤਿਨਾਮ, ਬਿਲਡਿੰਗ ਘੁਮਾ ਦਿੱਤੀ। ਇਹ ਉਹਦੀ ਭਗਤੀ ਦੀ ਸ਼ਕਤੀ ਹੈ। ਤੋ ਸਿੱਧ ਪੁੱਛਦੇ ਕਿ ਤੁਹਾਡੀ ਭਗਤੀ ਵਿੱਚ ਕਿੰਨੀ ਕੁ ਸ਼ਕਤੀ ਹੈ? ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਚਾਹਾਂ ਤੇ ਜਿੰਨੀ ਬਨਸਪਤੀ ਆ ਸਾਰੀ ਫਲ ਫਰੂਟ ਦੇਣ ਲਾ ਲਈ, ਲੇਕਿਨ ਕੁਝ ਬਨਸਪਤੀ ਫਲ ਦਿੰਦੀ ਹੈ, ਕੁਝ ਨਹੀਂ ਦਿੰਦੀ। ਕੋਈ ਕੌੜੇ ਫਲ ਦਿੰਦੀ ਹੈ। ਮੈਂ ਚਾਹਾਂ ਤਾਂ ਸਾਰੇ ਮਿੱਠੇ ਕਰਦੇ ਹਾਂ, ਉਹ ਰੀਠੇ ਮਿੱਠੇ ਕੀਤੇ। ਯੂਪੀ ਦੇ ਵਿੱਚ ਜਿਸ ਨੂੰ ਅਸੀਂ ਅੱਜ ਗੁਰੂ ਨਾਨਕ ਮੱਤਾ ਕਹਿੰਦੇ ਹਾਂ, ਕਿਸੇ ਵੇਲੇ ਉਹਨੂੰ ਗੋਰਖ ਮੱਤਾ ਕਹਿੰਦੇ ਸੀ। ਗੋਰਖਾਂ ਦਾ, ਨਾਥਾਂ ਦਾ ਬੋਲ ਬਾਲਾ ਸੀ ਬਹੁਤਾ। ਇੱਕ ਦਿਨ ਕਹਿੰਦੇ ਜੇ ਕੋਈ ਫਲ ਫਰੂਟ ਛਕਾਓ, ਭੁੱਖ ਲੱਗੀ ਆ, ਸਿੱਧ ਬੈਠੇ ਆ, ਰੀਠਿਆਂ ਦਰਖਤਾਂ ਹੇਠਾਂ ਬੈਠੇ ਆ। ਪਾਤਸ਼ਾਹ ਉੱਪਰ ਦੇਖ ਕਹਿੰਦੇ ਮਰਦਾਨਿਆਂ ਇਹਨਾਂ ਨੂੰ ਆ ਫਲ ਛਕਾ ਦੇ। ਕਹਿੰਦਾ ਜੀ ਇਹ ਤਾਂ ਕੌੜੇ ਹੁੰਦੇ ਨੇ। ਕਹਿੰਦੇ ਨਹੀਂ ਨਹੀਂ ਖਾ ਕੇ ਦੇਖੋ। ਮਰਦਾਨੇ ਨੇ ਉਹ ਤੋੜੇ ਉੱਤੇ ਚੜ੍ਹ ਕੇ ਅਤੇ ਸਿੱਧਾ ਨੂੰ ਫੜਾ ਤੇ ਕਹਿੰਦੇ ਖਾਓ। ਜਦੋਂ ਖਾਣ ਲੱਗੇ ਤਾਂ ਅੰਗੂਰਾਂ ਵਾਂਗੂ ਬੜੇ ਸਵਾਦ ਲੱਗੇ। ਉਹ ਤਾਂ ਕਹਿੰਦੇ ਬੜੇ ਮਿੱਠੇ ਆ ਜੀ। ਦੂਜੇ ਦਿਨ ਕਹਿੰਦੇ ਕੱਲ੍ਹ ਨੂੰ ਅਸੀਂ ਛਕਾਵਾਂਗੇ। ਕਹਿੰਦੇ ਠੀਕ ਆ ਭਾਈ। ਉਹਨਾਂ ਨੇ ਕੋਸ਼ਿਸ਼ ਕੀਤੀ, ਰੀਸ ਕੀਤੀ, ਪਰ ਉਹਨਾਂ ਵਾਲਾ ਪਾਸਾ ਮਿੱਠਾ ਨਾ ਹੋ ਸਕਿਆ। ਹੁਣ ਅੱਧੇ ਪਾਸੇ ਉਹ ਕੌੜਾ ਰੀਠਾ, ਅੱਧੇ ਪਾਸੇ ਉਹ ਮਿੱਠਾ। ਤੋ ਇਹ ਭਗਤੀ ਦੀ ਸ਼ਕਤੀ ਹੈ। ਪਰਮੇਸ਼ਰ ਚਾਹੇ ਤਾਂ ਕੁਛ ਵੀ ਕਰ ਸਕਦਾ ਹੈ। ਗੁਰੂ ਨਾਨਕ ਪਰਮੇਸ਼ਰ ਦੇ ਦੂਸਰੇ ਸਰੂਪ ਹਨ। ਕਹਿੰਦੇ ਮੈਂ ਚਾਹਾਂ ਤਾਂ ਉਸ ਘਾਹ ਤੋਂ ਚੌਲ ਬਣਾ ਸਕਦਾ। ਜਿਵੇਂ ਚੌਲਾਂ ਦੇ ਪੌਦੇ ਨੂੰ ਚੌਲ ਲੱਗੇ ਹੁੰਦੇ ਆ, ਇੱਦਾਂ ਦਾ ਘਾਹ ਹੈ, ਉਹਦਾ ਨਾਮ ਹੈ ਸਵਾਂਕ। ਉਹ ਸਵਾਂਕ ਨਾਮ ਦਾ ਘਾਹ ਜਿਹੜਾ ਪਾਤਸ਼ਾਹ ਕਹਿੰਦੇ ਜੇ ਮੈਂ ਚਾਹਾਂ ਤਾਂ ਇਹਦੇ ਵਿੱਚੋਂ ਹੀ ਚੌਲ ਕੱਢ ਦੇਵਾਂ। ਭਾਰ 18 ਮੇਵਾ ਹੋਵੇ ਗਰੜਾ ਹੋਏ ਸੁਆਓ, ਇੰਨੇ ਸਵਾਦ ਚੌਲ। ਐਸੇ ਵੀ ਚੌਲ ਹੈ ਦੁਨੀਆ ਵਿੱਚ ਕਿਤੇ, ਜੇ ਉਬਲਦੇ ਦੁੱਧ ਵਿੱਚ, ਗਰਮ ਦੁੱਧ ਵਿੱਚ ਵੈਸੇ ਪਾ ਦਈਏ ਤਾਂ 1 ਮਿੰਟ ਵਿੱਚ ਹੀ ਉਹ ਫੁੱਲ ਜਾਂਦੇ ਆ, ਖਾਣਯੋਗ ਹੋ ਜਾਂਦੇ ਆ। ਬਹੁਤਾ ਚਿਰ ਉਬਾਲਣੇ ਨਹੀਂ ਪੈਂਦੇ। ਅੱਛਾ ਮਹਾਰਾਜ ਇੰਨੀ ਪਾਵਰ ਹੈ, ਹੋਰ ਕਿੰਨੀ ਕੁ ਪਾਵਰ ਹੈ? ਮੈਂ ਚਾਹਾਂ ਤੇ ਚੰਦ ਸੂਰਜ ਨੂੰ ਘੁੰਮਣ ਤੋਂ ਰੋਕ ਦੇਵਾਂ, ਕਿਉਂਕਿ ਉਹਦੇ ਹੁਕਮ ਵਿੱਚ ਹੀ ਚੱਲ ਰਹੇ ਨੇ। ਉਹ ਚਾਹੇ ਤਾਂ ਰੋਕ ਵੀ ਸਕਦਾ।
ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨੰਦ। ਪਾਤਸ਼ਾਹ ਕਹਿੰਦੇ ਜੇ ਅਸੀਂ ਚਾਹੀਏ ਤੇ ਚੰਦ ਸੂਰਜ ਦੋਏ ਫਿਰਦੇ ਰੱਖੀਏ, ਇਹਨਾਂ ਨੂੰ ਰੋਕ ਕੇ ਰੱਖ ਲਈਏ। ਇਹ ਪਾਵਰ ਹੈ ਭਗਤੀ ਦੇ ਵਿੱਚ। ਪਾਤਸ਼ਾਹ ਜੀ ਕਹਿੰਦੇ ਨੇਚਲ ਹੋਵੇ ਥਾਓ, ਇਹਨਾਂ ਨੂੰ ਇੱਕ ਥਾਂ ਤੇ ਖੜਾ ਦਈਏ, ਇਹਨਾਂ ਨੂੰ ਤੁਰਨ ਨਾ ਦਈਏ ਮੁੜ ਕੇ, ਜੇ ਅਸੀਂ ਚਾਹੀਏ ਤਾਂ ਬੜੇ ਹੈਰਾਨ ਹੋਏ ਜੋਗੀ ਨਾਥ। ਕਹਿੰਦੇ ਜੀ ਹੋਰ ਵੀ ਹੈ ਪਾਵਰ? ਕਹਿੰਦੇ ਹੋਰ ਵੀ ਬਹੁਤ ਆ, ਕੋਈ ਅੰਤ ਹੀ ਨਹੀਂ ਹੈ ਭਗਤੀ ਦੀ ਪਾਵਰ ਦਾ ਤਾਂ। ਪਰ ਮੈਂ ਕਹਿਣਾ ਵੀ ਮੈਂ ਇਹਨਾਂ ਚੱਕਰਾਂ ਵਿੱਚ ਪੈ ਕੇ ਰਾਜੀ ਨਹੀਂ। ਭੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ, ਇੰਨੀਆਂ ਸ਼ਕਤੀਆਂ ਦੇ ਹੁੰਦਿਆਂ ਹੋਇਆਂ ਵੀ ਮੈਂ ਪਰਮੇਸ਼ਰ ਦੀ ਸਿਫਤ ਨੂੰ ਹੀ ਵੱਡੀ ਸਮਝਦਾ ਹਾਂ। ਇਹ ਕੁਛ ਵੀ ਨਹੀਂ ਹੈ, ਇਹ ਰਿੱਧੀਆਂ ਸਿੱਧੀਆਂ ਹਨ। ਤੇ ਰਿੱਧੀਆਂ ਸਿੱਧੀਆਂ ਨੂੰ ਪਾਤਸ਼ਾਹ ਕਹਿੰਦੇ ਪ੍ਰਭ ਲੋਗਣ ਪਹਿ ਆਵੇ ਲਾਜਾ। ਰੱਬ ਦੇ ਪਿਆਰੇ ਇਹ ਕੰਮ ਕਰਨ ਨੂੰ ਸ਼ਰਮ ਸਮਝਦੇ ਹੈ, ਸ਼ਰਮਾਉਂਦੇ ਹੈ। ਕੰਮ ਕਰਨ ਤੋਂ ਭਾਵ ਕਰਾਮਾਤਾਂ ਵਿਖਾਉਣ ਤੋਂ ਸ਼ਰਮਾਉਂਦੇ ਹੈ। ਰੱਬ ਦੇ ਪਿਆਰੇ ਪ੍ਰਭ ਲੋਗਣ ਪਹਿ ਆਵੇ ਲਾਜਾ। ਪ੍ਰਭੂ ਦੇ ਪਿਆਰੇ ਇਹੋ ਜਿਹੇ ਕੰਮ ਕਰਨੇ ਨਹੀਂ ਚਾਹੁੰਦੇ, ਕਰਨ ਨੂੰ ਤਾਂ ਕੁਛ ਵੀ ਕਰ ਸਕਦੇ ਆ। ਧੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ, ਪਰ ਮਹਾਰਾਜ ਮੈਂ ਚਾਹੁੰਦਾ ਹਾਂ ਕਿ ਮੈਂ ਤੇਰੀ ਸਿਫਤ ਸਲਾਹ ਕਰਦਾ ਰਵਾਂ, ਕਿਤੇ ਮੈਂ ਇਹਨਾਂ ਚੱਕਰਾਂ ਵਿੱਚ ਨਾ ਪੈ ਜਾ ਕਿ ਮੈਂ ਆਹ ਕਰ ਸਕਦਾ, ਮੈਂ ਉਹ ਕਰ ਸਕਦਾ। ਜੋਗੀ ਇਹਨਾਂ ਚੱਕਰਾਂ ਵਿੱਚ ਹੀ ਪਏ ਹੋਏ ਸੀ। ਇਸ ਕਰਕੇ ਜੋਗੀ ਰਿੱਧੀਆਂ ਸਿੱਧੀਆਂ ਕਰਾਮਾਤਾਂ ਬੜੀਆਂ ਵੇਖਦੇ ਸਨ। ਸਤਿਗੁਰਾਂ ਨੇ ਕਈ ਵਾਰੀ ਉਹਨਾਂ ਨੂੰ ਕਰਾਮਾਤਾਂ ਵਿਖਾਈਆਂ। ਗੋਰਖਨਾਥ ਨੇ ਅਖੀਰ ਤੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਚੇਲਾ ਬਣਾਉਣ ਵਾਸਤੇ ਪਹਿਲਾਂ ਤਾਂ ਕਈ ਜੋਗੀ ਭੇਜੇ, ਸਿੱਧ ਭੇਜੇ। ਉਹਨਾਂ ਨੇ ਸਵਾਲ ਪੁੱਛੇ, ਬਾਬਾ ਜੀ ਨੇ ਸਵਾਲਾਂ ਦੇ ਜਵਾਬ ਦਿੱਤੇ। ਬੜੇ ਸ਼ਰਮਸ਼ਾਰ ਹੋ ਕੇ ਮੁੜਦੇ ਰਹੇ ਤੇ ਧੰਨ ਗੁਰੂ ਨਾਨਕ ਜੀ ਸਮੇਰ ਪਰਬਤ ਦੀ ਯਾਤਰਾ ਕਰਦੇ ਕਰਦੇ ਉੱਪਰ ਜਾਂਦੇ ਰਹੇ ਤੇ ਅਖੀਰ ਗੁਰੂ ਨਾਨਕ ਦੇਵ ਜੀ ਪਹੁੰਚ ਗਏ ਗੋਰਖਨਾਥ ਦੇ ਟਿੱਲੇ ਤੇ, ਜਿੱਥੇ ਉੱਤੇ ਰਹਿੰਦਾ ਪਹਾੜਾਂ ਦੇ ਗੋਰਖਨਾਥ, ਉੱਥੇ ਪਹੁੰਚ ਗਏ। ਤੇ ਗੋਰਖਨਾਥ ਨੇ ਬੜੀ ਕੋਸ਼ਿਸ਼ ਕੀਤੀ ਵੀ ਬੜਾ ਗਿਆਨੀ ਹੈ, ਬੜਾ ਸਿਆਣਾ ਹੈ ਯਾਰ, ਕਿਤੇ ਸਾਡਾ ਚੇਲਾ ਬਣ ਜਾਵੇ ਤੇ ਸਾਡੇ ਧਰਮ ਦਾ ਬੜਾ ਪ੍ਰਚਾਰ ਹੋਵੇਗਾ, ਕਿਉਂਕਿ ਮੋਹਰ ਹੀ ਲਾਉਣੀ ਹੈ। ਆਉਣ ਵਾਲੇ ਸਮੇਂ ਦੁਨੀਆ ਕਹੂਗੀ ਬਾਬਾ ਨਾਨਕ ਦਾ ਗੋਰਖਨਾਥ ਦਾ ਚੇਲਾ ਸੀ। ਬਈ ਬੜੇ ਤਕੜੇ ਹੋਏ ਆ ਜੋਗੀ, ਪਰ ਬਾਬਾ ਨਾਨਕ ਕਿਸੇ ਦਾ ਚੇਲਾ ਨਹੀਂ ਬਣਨਾ ਚਾਹੁੰਦਾ। ਉਹਨਾਂ ਦਾ ਮਕਸਦ ਹੈ ਇੱਕ ਵਾਰੀ ਸਾਡੀਆਂ ਮੁੰਦਰਾਂ ਕੰਨ 'ਚ ਪਾ ਲਵੇ, ਸਾਡੀ ਮੋਹਰ ਲੱਗ ਜੂਗੀ, ਫਿਰ ਜਿੰਨੀ ਵੀ ਇਹ ਪ੍ਰਚਾਰ ਵਡਿਆਈ ਕਰੂਗਾ ਨਾ ਉਹ ਸਾਡੀ ਬਣ ਜੂਗੀ। ਉਹ ਚਾਹੁੰਦੇ ਹੈ, ਡਰਾਉਂਦੇ ਹੈ, ਕਈ ਵਾਰੀ ਪੇਪਰ ਪਾਉਂਦੇ ਹੈ, ਸਵਾਲ ਪੁੱਛਦੇ ਹੈ, ਪਰ ਬਾਬਾ ਨਾਨਕ ਜੀ ਨੂੰ ਉਹ ਹਰਾ ਨਹੀਂ ਸਕੇ ਕਿਸੇ ਵੀ ਗੱਲ 'ਚ। ਗੋਰਖਨਾਥ ਕਹਿਣ ਲੱਗਿਆ ਚੰਗਾ ਬਾਲੇ, ਭਾਵ ਬਾਲ ਕੇ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਜਾ ਬਾਲ ਕੇ ਉਹ ਸਰੋਵਰ ਤੋਂ ਆ ਭਾਂਡਾ ਪਾਣੀ ਦਾ ਭਰ ਕੇ ਲਿਆ। ਉਹਨੇ ਆਪਣਾ ਖੱਪਰ ਫੜਾਤਾ। ਧੰਨ ਗੁਰੂ ਨਾਨਕ ਦੇਵ ਜੀ ਜਵਾਬ ਨਹੀਂ ਸੀ ਦਿੰਦੇ, ਕਰਾਮਾਤ ਉਲਟੀ ਵਰਤੀ ਜਾਂਦੀ ਕੁਦਰਤੀ। ਪਾਤਸ਼ਾਹ ਉਹ ਖੱਪਰ ਚੱਕ ਕੇ ਸਰੋਵਰ ਤੇ ਗਏ ਤੇ ਗੋਰਖਨਾਥ ਨੇ ਰਿੱਧੀਆਂ ਸਿੱਧੀਆਂ ਨਾਲ ਸਰੋਵਰ ਦਾ ਪਾਣੀ ਤਾਂ ਸੁਕਾਤਾ, ਵਿੱਚ ਨਾ ਕੰਚ ਦੇ ਹੀਰੇ ਜਵਾਹਰਾਤ ਬਣਾਤੇ। ਕਹੋ ਸਤਨਾਮ ਸੀ। ਬਈ ਸ਼ਾਇਦ ਇਹ ਜਿਹੜਾ ਨਾਨਕ ਹੈ ਨਾ, ਇਹ ਮਾਇਆ ਦੇਖ ਕੇ ਭਰਮ ਜਾਵੇਗਾ ਤੇ ਸਾਡਾ ਚੇਲਾ ਬਣ ਜਾਵੇਗਾ ਵੀ ਇਹਨਾਂ ਕੋਲ ਇੰਨੀ ਮਾਇਆ। ਧੰਨ ਗੁਰੂ ਨਾਨਕ ਦੇਵ ਜੀ ਗਏ ਸਰੋਵਰ ਤੇ, ਪਾਣੀ ਉੱਥੇ ਹੈ ਹੀ ਨਹੀਂ, ਖਾਲੀ ਮੁੜਿਆ ਏ। ਕਹਿੰਦੇ ਲਿਆਂਦਾ ਨਹੀਂ ਪਾਣੀ। ਬਾਬਾ ਜੀ ਨੇ ਸਿੱਟ ਕੇ ਉਹਦੇ ਵੱਲ ਖੱਪਰ, ਕਹਿੰਦੇ ਚੱਕ ਆਪਦਾ ਖੱਪਰ। ਪਾਣੀ ਠੌੜ ਨਹੀਂ ਤਿਸ ਤਾਲਾ, ਉਸ ਤਾਲ ਵਿੱਚ ਪਾਣੀ ਹੈ ਨਹੀਂ ਗਾ। ਗੁਰ ਕਹਿੰਦਾ ਹੋਰ ਕੀ ਸੀਗਾ? ਕਹਿੰਦਾ ਸਾਰਾ ਕੰਚ ਦਾ ਭਰਿਆ ਪਿਆ। ਹੈ ਨਹੀਂ ਕਿਹਾ ਵੀ ਹੀਰੇ ਜਵਾਹਰਾਤ ਹੈ, ਸੋਨਾ ਚਾਂਦੀ ਮੋਤੀ ਹੈ। ਬਾਬਾ ਕਹਿੰਦਾ ਸਾਰਾ ਕੰਚ ਦਾ ਭਰਿਆ ਪਿਆ, ਉਹਦੇ ਵਿੱਚ ਕੋਈ ਉਹਦੇ ਵਿੱਚ ਪਾਣੀ ਨਹੀਂ ਹੈਗਾ। ਉਹਦਾ ਮਕਸਦ ਸੀ ਕਿ ਸ਼ਾਇਦ ਭਰਮ ਜਾਵੇ ਨਾਨਕ ਤੇ ਸਾਡਾ ਚੇਲਾ ਬਣ ਜਾਵੇ, ਕੰਨ ਪਾਟਾ ਮੁੰਦਰਾਂ ਪਾ ਕੇ ਸਾਡਾ ਪ੍ਰਚਾਰ ਕਰੇ। ਪਰ ਬਾਬਾ ਜੀ ਕਹਿੰਦੇ ਮੈਂ ਇਹੋ ਜਿਹੇ ਕੰਮਾਂ ਨੂੰ ਚੰਗੇ ਨਹੀਂ ਸਮਝਦਾ ਮਿੱਤਰੋ। ਭੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ, ਮੈਂ ਤਾਂ ਪਰਮੇਸ਼ਰ ਦੀ ਸਿਫਤ ਨੂੰ ਤਰਜੀਹ ਦਿੰਦਾ ਹਾਂ।
मैं परमेश्वर की वडियाई करनी चाहुंदा हाँ। ये मेरा चाह जिहड़ा खत्म ना होवे परमेश्वर नूं मिलण दा, परमेश्वर की सिफत सलाह का चाव है जिहड़ा वो घटे ना, वो बनिया रहे इसे तरह मेरे अंदर। कहंदे होर किन्नी क ताकत आ, कहंदे होर जे देह दुख लाई है, जिहड़े लोकां नूं जनता नूं दुख देण वाले जालम है ना, मैं वो दुख वापस उन्हां नूं ला दियां। ते जे चाहां पाप गरह दोए राहो, जे मैं चाहां तो जनता के दुखों को खत्म कर देवां, इन्नी पावर भी रखना। जिस तरह गुरु प्यारिओ धन गुरु नानक देव जी ने एक कोड़ी नूं राजी किया। जिस वेले एक नगर चों लंघे तो एक दुकान के मूहरे रात कट्टण की सलाह की बाजार च। वो कहते बाबा गांह बैठो, गांह जाओ, जिवें आपां कई बारी शहरां च देखदे आ, साधां नूं कोई बात च नहीं खड़न दिंदा गा। बाबा जी नूं शहर विच नगर विच किते रोकण ना दिता, तो कहंदे चल मरदाने आ पिंडों बाहर ही चलदे आ। खेतां वल पहुँच गए, कहंदे मरदाने वो झोंपड़ी आ, उत्थे कौन है पता करो, उत्थे ही रात कट लीए। मरदाना झोंपड़ी कोले गया तो उहदे विच एक बैठा कोहड़ी करा रहा है, दुखी रो रहा है। मरदाना जी कहते भाई असी तेरे कोले ना रात कट्टनी चाहुंदे आ, असी तेरे कोले रात कट्टनी चाहुंदे आ। कहना मेरे कोले तां जानवर भी नहीं खड़दे, पशु मैथों डरदे आ, जदों मैं रोंदा होया चीकां मारदा, मेरा शरीर जख्मी आ, कोहड़ी हो चुकिया, मैं दर्द हुंदा। बाबा जी ने आ कहना जी वो तो इस तरह का रोगी है, कहते कोई गल नहीं, आपां नूं की है, कोले बहने आ। बाबा जी वो कोले जाके बैठ गए तो सतगुरां ने शब्द शुरू करता, जै तन बाणी विसर जाए, ज्यों पक्का रोगी बिल लाए, बहुता बोलन झखन होए, बिन बोलिया जाने सब सोए। तो ये जो शब्द उचारना शुरू किया तो जिमें जिमें वो शब्द वो कोहड़ी के कन्नां 'च पैंदा, उहदा कोढ़ खत्म हुंदा गया। तो बाबा जी ने शब्द पूरा करके बंद करता। कोहड़ी कहना जी होर गाओ, कहते क्यों किमें लग्या, कहना जदों तुसीं गाया मेरा दुख घट गया। कहते कल पहले कदे बाणी सुनी नहीं, कहना ना जी। तैनूं ये दुख क्यों लग्या पता, कहना जी पता नहीं। पता क्यों नहीं गा, जै तन बाणी विसर जाए, जो पक्का रोगी बिल लाए। जदों बंदे कोले खुला पैसा आ जाता, खुलियां सहूलतां आ जांदियां, रब भुल जाता, फिर नशियां विच पै जाता, शराबां 'च पै जाता। ये अमीर घर का बच्चा सीगा, उन्हां दिनां 'च कोढ़ का इलाज नहीं सी, ते जिन्हों कोढ़ हो जाता पिंड वाले घरों कढ़ के उसनूं दूर खेतां विच किते छन पा के बिठा देंदे, उत्थे बैठे दे ही मिट्टी के भांडियां विच चाह पानी रोटी पानी पा जांदे, उन्होंने हत्थ नहीं सी कोई लाउंदा भी सानूं किते कोढ़ ना हो जे। ते पातशाह कहंदे जिहड़े जालम लोग दुनिया नूं दुख दिंदे आ, जे चाहिए तां उन्हां नूं खत्म कर देवां। जे देह दुख लाइए पाप गरह दोए राहो। और सतगुरु गोबिंद सिंह जी ने हाल ही पता सानूं जफरनामे नाल ही औरंगजेब का खात्मा किया। हरगोबिंद साहब महाराज जी दे विच किन्नी पावर है कि पैंदे खां नूं किस तरह खात्मा किया, जिहड़ा कि अपने आप नूं बड़ा तकड़ा समझदा जो पातशाह दे उल्ट चलिया। जे चाहण तां जिहड़े जालम लोग दुनिया नूं दुख दिंदे आ, उन्हां नूं दुख ला के खत्म कर देण। जे चाहण तां दुखियां दे पापां नूं खत्म कर देण। कहो सतनाम, उन्हां दे पाप खत्म करके उन्हां नूं राजी कर देण। जिस तरह दारा छको, गुरु प्यारिओ जिहड़ा शाहजहां दा पुत्र है दारा छको, बड़ा भगती भावना वाला बंदा है, औरंगजेब दा भाई सी। शाहजहां नूं कैद करता, भैन नूं कैद करता, सारे परिवार नूं इसने दुख दिते, दारा छको नूं मारिया। पर जदों ये चंगा भला सी, शाहजहां तकड़ा सी, ते एक दिन दारा छको नूं किसी ने शेर दी मुछ दा बाल भोजन विच खवा दिता, जिहड़ा अंदर जाके अल्सर बन गया, बीमारी पैदा हो गई, पेट विच दर्द होण लग्या।
ਵੈਦਾਂ ਨੂੰ ਦਿਖਾਇਆ ਤੇ ਵੈਦਾਂ ਨੇ ਜੱਜਮੈਂਟ ਕਰਕੇ ਦੱਸਿਆ ਵੀ ਇਹਦੇ ਅੰਦਰ ਸ਼ੇਰ ਦੀ ਮੁੱਛ ਦਾ ਬਾਲ ਗਿਆ ਜਿਹੜਾ ਗਲਦਾ ਨਹੀਂ, ਉਸ ਤੋਂ ਅੰਦਰ ਅਲਸਰ ਬਣ ਗਿਆ। ਹੁਣ ਉਹਨੂੰ ਬਾਹਰ ਕੱਢਣ ਵਾਸਤੇ ਬਹੁਤ ਭਾਰੀ ਹਰੜ ਤੇ ਇੱਕ ਲੌਂਗ ਲੱਭੀਏ, ਪਰ ਜਿੰਨੇ ਵਜਨ ਦਾ ਉਹ ਸਮਾਨ ਚਾਹੀਦਾ ਸੀ ਉਹ ਕਿਤੋਂ ਨਾ ਮਿਲਿਆ। ਅਖੀਰ ਗੁਰੂ ਪਿਆਰੋ ਇਹਨਾਂ ਦੀ ਸਭਾ ਦੇ ਵਿੱਚ ਇੱਕ ਮੰਤਰੀ ਸੀਗਾ, ਉਹ ਮੰਤਰੀ ਗੁਰੂ ਘਰ ਬਾਰੇ ਜਾਣਦਾ ਸੀਗਾ ਤੇ ਉਹ ਕਹਿਣ ਲੱਗਿਆ ਵੀ ਇੱਦਾਂ ਕਰੋ, ਇਹ ਦੋ ਚੀਜ਼ਾਂ ਗੁਰੂ ਹਰਿਰਾਏ ਸਾਹਿਬ ਜੀ ਦਾ ਦਵਾਖਾਨਾ ਹੈ ਕੀਰਤਪੁਰ, ਉੱਥੋਂ ਮਿਲ ਸਕਦੀਆਂ। ਕੋ ਸਤਨਾਮ ਸ੍ਰੀ। ਕਹਿੰਦੇ ਸ਼ਾਹਜਹਾਂ ਜਿਸ ਦੀ ਪਹਿਲਾਂ ਲੜਾਈ ਰਹੀ ਹੈ ਛੇਵੇਂ ਪਾਤਸ਼ਾਹ ਨਾਲ ਵੀ, ਪਰ ਅੱਜ ਸ਼ਾਹਜਹਾਂ ਦੇ ਉਹਨਾਂ ਨੂੰ ਦਰ 'ਤੇ ਆਉਣਾ ਪਿਆ। ਬੰਦੇ ਭੇਜੇ, ਉਹਦੇ ਬੰਦਿਆਂ ਨੇ ਆ ਕੇ ਸਰ ਸਾਨੂੰ ਇੰਨੇ ਮਾਸ਼ਿਆਂ ਦੀ ਹਰੜ ਤੇ ਇੰਨੇ ਤੋਲ ਦਾ ਜਿਹੜਾ ਲੌਂਗ ਚਾਹੀਦਾ। ਤੇ ਗੁਰੂ ਹਰਿਰਾਏ ਸਾਹਿਬ ਜੀ ਨੇ ਪਿਛਲਾ ਵੈਰ ਨਹੀਂ ਚਿਤਾਰਿਆ, ਜੋ ਸ਼ਰਨ ਆਵੇ ਤਿਸ ਕੰਠ ਲਗਾਵੇ ਬਿਰਧ ਸੁਆਮੀ ਸੰਦਾ। ਹਰਿਰਾਏ ਸਾਹਿਬ ਜੀ ਨੇ ਆਪਣੇ ਦਵਾਖਾਨੇ ਦੇ ਵਿੱਚੋਂ ਓਨੇ ਵਜਨ ਦਾ ਲੌਂਗ ਤੇ ਓਨੇ ਵਜਨ ਦੀ ਹਰੜ ਦੇ ਦਿੱਤੀ। ਕਰਨਾ ਕੀ ਸੀ ਉਹ? ਵੈਦ ਕਹਿੰਦੇ ਇਹਨਾਂ ਨੂੰ ਮੁੱਠੀਆਂ ਵਿੱਚ ਘੁੱਟ ਕੇ ਰੱਖਣਾ, ਇਹਨਾਂ ਦੀ ਗਰਮੈਸ਼ ਤਲੀਆਂ ਵਿੱਚੋਂ ਦੀ ਹੁੰਦੀ ਹੋਈ ਪੇਟ ਵਿੱਚ ਜਾਵੇਗੀ ਤੇ ਉਹ ਬਾਲਦੂ ਛਾਲੀ ਰਾਹੀਂ ਬਾਹਰ ਕੱਢ ਦੇਵੇਗਾ। ਕਹੋ ਸਤਨਾਮ ਸ੍ਰੀ। ਉੱਦਾਂ ਹੀ ਹੋਇਆ। ਫਿਰ ਦਾਰਾ ਸਕੋ ਨੂੰ ਉਸ ਤਰ੍ਹਾਂ ਠੀਕ ਕੀਤਾ। ਭਾਵ ਗੁਰੂ ਨਾਨਕ ਦੇ ਘਰ ਵਿੱਚ ਕਿੰਨੀ ਸ਼ਕਤੀ ਹੈ ਕੋਈ ਕਹਿ ਨਹੀਂ ਸਕਦਾ। ਕਹੋ ਸਤਨਾਮ ਸ੍ਰੀ। ਕਿੰਨੀ ਪਾਵਰ ਹੈ। ਮਹੱਲਾ ਪਹਿਲਾ। ਜੇ ਦੇ ਹੈ ਦੁੱਖ ਲਾਈਐ। ਜਿਹੜੇ ਜ਼ੁਲਮ ਕਰਨ ਵਾਲੇ ਹਨ ਉਹਨਾਂ ਦੀਆਂ ਦੇਹਾਂ ਨੂੰ ਅਸੀਂ ਦੁੱਖ ਲਾ ਕੇ ਖਤਮ ਕਰ ਦਈਏ। ਇੰਨੀ ਸ਼ਕਤੀ ਜਿਹਨੂੰ ਅਸੀਂ ਗੁਰੂ ਪਿਆਰੋ ਕਰਮ ਰੋਗ ਕਹਿੰਦੇ ਆ। ਕਈ ਵਾਰੀ ਸਾਧੂਆਂ ਫਕੀਰਾਂ ਨੂੰ ਦੁੱਖ ਦੇਣ ਕਰਕੇ ਬੰਦੇ ਨੂੰ ਐਸੀ ਬਿਮਾਰੀ ਲੱਗਦੀ ਹੈ ਜਿਹਦਾ ਕਿਸੇ ਵੈਦ ਤੋਂ ਕਿਸੇ ਡਾਕਟਰ ਤੋਂ ਇਲਾਜ ਨਹੀਂ ਹੁੰਦਾ ਗਾ। ਕਹੋ ਸਤਨਾਮ। ਜਿੰਨਾ ਚਿਰ ਦੁਬਾਰੇ ਜਾ ਕੇ ਮਾਫੀ ਨਾ ਮੰਗੇ ਉਹਨਾਂ ਦੇ ਕੋਲੋਂ। ਭਗਤ ਨਾਮਦੇਵ ਨੂੰ ਕੈਦ ਕਰਤਾ ਰਾਜੇ ਨੇ। ਕੁਝ ਲੋਕਾਂ ਨੇ ਗੁਰੂ ਪਿਆਰਿਓ ਭੜਕਾਤਾ ਰਾਜੇ ਨੂੰ ਵੀ ਜਿਹੜਾ ਭਗਤ ਨਾਮਦੇਵ ਹੈ ਨਾ, ਇਹਨੂੰ ਭਗਤੀ ਕਰਨ ਦਾ ਹੱਕ ਨਹੀਂ ਹੈ, ਇਹਨੂੰ ਮੁਸਲਮਾਨ ਬਣਾਉਣਾ ਚਾਹੀਦਾ, ਲੋਕਾਂ ਨੂੰ ਭਗਤੀ ਨਾਲ ਜੋੜਦਾ। ਤੇ ਇੱਕ ਦਿਨ ਇੱਕ ਰਾਜੇ ਦੀ ਕਹਿੰਦੇ ਗਾਂ ਮਰ ਗਈ ਤੇ ਉਸ ਨੂੰ ਜਾ ਕੇ ਕੁਝ ਬ੍ਰਾਹਮਣਾਂ ਨੇ, ਕੁਝ ਹਿੰਦੂ ਲੋਕਾਂ ਨੇ ਜਿਹੜੇ ਐਂਟੀ ਚੱਲਦੇ ਸੀ ਭਗਤਾਂ ਦੇ, ਉਹਨਾਂ ਨੇ ਰਾਜੇ ਨੂੰ ਕਹਿਤਾ ਵੀ ਤੇਰੀ ਗਾਂ ਜਿਉਂਦੀ ਹੋ ਸਕਦੀ ਹੈ, ਭਗਤ ਨਾਮਦੇਵ ਕਰ ਦੂਗਾ। ਨਾਮਦੇਵ ਨੂੰ ਸੱਦਿਆ, ਗਾਂ ਜਿਉਂਦੀ ਕਰਦੇ। ਉਹ ਕਹਿੰਦੇ ਬਾਦਸ਼ਾਹ ਐਸੀ ਕਿਉਂ ਹੋਏ, ਮੇਰਾ ਕੀਆ ਹੋਏ ਨਾ ਕੋਏ, ਕਰ ਹੈ ਰਾਮ ਹੋਏ ਹੈ ਸੋਏ। ਇਹ ਰੱਬ ਦੀ ਮਾਰੇ ਨੂੰ ਕੌਣ ਜਿਉਂਦੀ ਕਰ ਸਕਦਾ? ਮੈਂ ਨਹੀਂ ਕਰ ਸਕਦਾ। ਉਹ ਕਹਿੰਦੇ ਪਹਿਲਾਂ ਤੂੰ ਪੁਰਾਣਿਆਂ ਦਾ ਮੁੰਡਾ ਜਿਉਂਦਾ ਕਰਤਾ ਸੀ ਇੱਕ ਵਾਰੀ, ਕਹਿੰਦੇ ਉਹ ਵੀ ਕੁਦਰਤ ਨੇ ਕੀਤਾ ਸੀ, ਮੈਨੂੰ ਨਹੀਂ ਪਤਾ। ਰਾਜੇ ਨੇ ਕੈਦ ਕਰ ਲਿਆ। ਕਹਿੰਦੇ ਤੈਨੂੰ 10 ਘੜੀਆਂ ਦਿੱਤੀਆਂ, ਜੇ ਤੂੰ 10 ਘੜੀਆਂ ਦੇ ਵਿੱਚ ਵਿੱਚ ਮੇਰੀ ਗਾਂ ਜਿਉਂਦੀ ਕੀਤੀ ਛੱਡ ਦੂੰਗਾ, ਜੇ ਨਹੀਂ ਗਾਂ ਜਿਉਂਦੀ ਕਰਨੀ ਤੂੰ ਅੱਜ ਤੋਂ ਮੁਸਲਮਾਨ ਬਣ ਜਾ, ਫਿਰ ਛੱਡ ਹਿੰਦੂ ਧਰਮ ਨੂੰ, ਛੱਡ ਇਸ ਭਗਤੀ ਨੂੰ। ਉਹ ਕਹਿੰਦਾ ਨਾ ਮੈਂ ਭਗਤੀ ਛੱਡਾਂ, ਨਾ ਮੈਂ ਤੇਰੀ ਗਾਂ ਜਿਉਂਦੀ ਕਰ ਸਕਦਾ। ਕਹਿੰਦੇ ਜਦੋਂ 10 ਘੜੀਆਂ ਸਮਾਪਤ ਹੋ ਗਈਆਂ ਮੈਂ ਤੇਰੀ ਧੌਣ ਵੱਢ ਦੂੰਗਾ, ਮੈਂ ਤੈਨੂੰ ਮਾਰ ਦੂੰ। ਕਹਿੰਦੇ ਮਾਰਦੀ। 7 ਘੜੀਆਂ ਬੀਤ ਗਈਆਂ। ਭਗਤ ਜੀ ਨੇ ਉੱਤੇ ਵੇਖਿਆ, ਪਰਮੇਸ਼ਰ ਆ ਗਏ। ਕਹਿੰਦੇ ਕੀ ਹੋਇਆ ਭਗਤਾ, ਤੈਨੂੰ ਕਿਹਨੇ ਦੁੱਖ ਦਿੱਤਾ? ਕਹੇ ਤਾਂ ਧਰਨੇ ਕੋਡੀ ਕਰੋ, ਕਹੇ ਤਾਂ ਧਾਟੀ ਟੇਢੀ ਕਰਦੇ ਆ, ਭੁਚਾਲ ਲਿਆਦੇ ਆ। ਕਹਿੰਦੇ ਨਹੀਂ ਮਹਾਰਾਜ। ਕਹੇ ਤਾਂ ਲੈ ਕਰ ਉੱਪਰ ਧਰੋ, ਮੂਧੀ ਮਾਰਦੇ ਆ। ਉਹ ਨਹੀਂ ਮਹਾਰਾਜ। ਫਿਰ ਤੈਨੂੰ ਕੀ ਤਕਲੀਫ ਦਿੱਤੀ ਹੈ, ਕਿਹਨੇ ਦਿੱਤੀ ਆ, ਮੈਨੂੰ ਦੱਸ। ਕਹੇ ਤਾਂ ਮੂਈ ਹੋਈ ਗਊ ਦੇਹੋਂ ਜਵਾਏ ਆ, ਗਾਂ ਜਿਉਂਦੀ ਕਰਦੇ ਆ। ਕਹਿੰਦੇ ਚਲੇ ਕਰਦੇ। ਕਹਿੰਦੇ ਬੱਚਾ ਵਿਚਾਰਾ ਕੱਲ੍ਹ ਦਾ ਭੁੱਖਾ ਰੰਭੀ ਜਾਂਦਾ, ਉਹ ਜੀ ਗਾਂ ਜਿਉਂਦੀ ਹੋਊਗੀ। ਗਾਂ ਚੋਈ ਗਈ, ਚੋ ਕੇ ਦੁੱਧ ਰਾਜੇ ਕੋਲੇ ਪਹੁੰਚਿਆ। ਰਾਜਾ ਸਾਹਿਬ ਗਾਂ ਜਿਉਂਦੀ ਕਰਤੀ। ਭਗਤ ਕਹਿੰਦਾ ਮੈਂ ਨਹੀਂ ਕੀਤੀ, ਇਹ ਵੀ ਪਰਮੇਸ਼ਰ ਨੇ ਕੀਤੀ ਆ। ਭਗਤਾਂ ਦੇ ਪਿਆਰ 'ਚ ਦੁੱਧ ਦੋ ਜਾਂ ਮਟਕੀ ਭਰੀ, ਲੈ ਬਾਦਸ਼ਾਹ ਕੇ ਆਗੇ ਧਰੀ। ਤੇ ਬਾਦਸ਼ਾਹ ਨੇ ਦੁੱਧ ਥੋੜ੍ਹਾ ਚੂਲੀ 'ਤੇ ਪਾ ਕੇ ਪੀ ਕੇ ਵੇਖਿਆ ਵੀ ਠੀਕ ਆ। ਤੇ ਜਦੋਂ ਦੁੱਧ ਉਹਦੇ ਅੰਦਰ ਗਿਆ ਤੇ ਅੰਦਰ ਪੇਟ ਦੇ ਦਰਦ ਸ਼ੁਰੂ ਹੋ ਗਏ। ਆਖੋ ਸਤਨਾਮ ਸ੍ਰੀ।
बादशाह महल में जाए, आओ घट की घट लागी आए, ਉਹ ਜਿਹਦਾ ਸੀਰੀ नहीं है परमेश्वर, ਉਸ ਦੀ ਹੁਣ ਸ਼ਕਤੀ ਇਹਦੇ ਅੰਦਰ ਵਰਤੀ ਤੇ ਰਾਜੇ ਦਾ ਢਿੱਡ ਦੁਖਣ ਲੱਗਿਆ ਤੇ ਮੁੜ ਕੇ ਢਿੱਡ ਠੀਕ ਨਹੀਂ ਹੋਇਆ, ਦੁਖਣੋਂ ਨਹੀਂ ਹਟਿਆ ਜਿੰਨਾ ਚਿਰ ਉਸ ਰਾਜੇ ਨੇ ਆ ਕੇ ਭਗਤ ਜੀ ਤੋਂ ਮਾਫੀ ਨਹੀਂ ਮੰਗੀ। ਕਹੋ ਸਤਨਾਮ। ਉਹਨੇ ਆ ਕੇ ਮਾਫੀ ਮੰਗੀ ਭਗਤ ਜੀ ਤੋਂ। ਭਗਤ ਜੀ ਕਹਿੰਦੇ ਰਾਜਾ ਸਾਹਿਬ ਗਾਹਾਂ ਨੂੰ ਤੂੰ ਸੁਚੇਤ ਰਹਿ, ਲੋਕਾਂ ਦੇ ਮਗਰ ਲੱਗ ਕੇ ਐਵੇਂ ਭਗਤਾਂ ਨੂੰ ਤੰਗ ਨਾ ਕਰਿਆ ਕਰੋ। ਫਿਰ ਉਹਦੇ ਦਰਦ ਹਟਿਆ ਪੇਟ ਦੇ ਵਿੱਚੋਂ, ਉਹਨੇ ਭਗਤ ਜੀ ਨੂੰ ਛੱਡ ਦਿੱਤਾ। ਤੋ ਇਸ ਕਰਕੇ ਗੁਰੂ ਸਾਹਿਬ ਜੀ ਇਹ ਦੱਸ ਰਹੇ ਹੈ ਕਿ ਭਗਤੀ ਵਿੱਚ ਕਿੰਨੀ ਸ਼ਕਤੀ ਹੈ, ਬੜੀ ਪਾਵਰ ਹੈ ਭਗਤੀ ਦੇ ਵਿੱਚ। ਜੇ ਦੇਹ ਦੁੱਖ ਲਾਈਐ ਪਾਪ ਗਰਹਿ ਦੋਇ ਰਾਹੋ, ਜਿਵੇਂ ਰਾਹੂ ਕੇਤੂ ਨੇ ਕਹਿੰਦੇ ਸੂਰਜ ਨੂੰ ਗਰਸਿਆ ਹੋਇਆ, ਉਸੇ ਤਰ੍ਹਾਂ ਹੀ ਮੈਂ ਜ਼ਾਲਮਾਂ ਨੂੰ ਦੁੱਖਾਂ ਦੇ ਨਾਲ ਗਰਸ ਦੇਵਾਂ ਤੇ ਜਿਹੜਾ ਸ਼ਰਨ ਆ ਜਾਵੇ ਉਹਨਾਂ ਦੇ ਦੁੱਖਾਂ ਨੂੰ ਖਤਮ ਕਰ ਦੇਵਾਂ। ਕਹੋ ਸਤਨਾਮ ਸ੍ਰੀ। ਇੰਨੀ ਪਾਵਰ ਆ। ਛੇਵੇਂ ਪਾਤਸ਼ਾਹ ਜੀ ਦੀ ਸਾਖੀ, ਬੀਬੀ ਆ ਕੇ ਕਹਿੰਦੀ ਮਹਾਰਾਜ ਕਿਰਪਾ ਕਰੋ ਪੁੱਤਰ ਦੀ ਦਾਤ ਬਖਸ਼ੋ ਇੱਕ। ਪਾਤਸ਼ਾਹ ਕਹਿੰਦੇ ਤੁਹਾਡੇ ਭਾਗਾਂ 'ਚ ਲਿਖਿਆ ਹੀ ਨਹੀਂਗਾ। ਭਾਈ ਗੁਰਦਾਸ ਜੀ ਨੇ ਸਮਝਾਤਾ ਬੀਬੀ ਐ ਨਹੀਂ ਗੱਲ ਬਣਦੀ ਹੁੰਦੀ, ਤੂੰ ਕੱਲ੍ਹ ਨੂੰ ਕਾਗਜ਼ ਕਲਮ ਸ਼ਾਹੀ ਲੈ ਕੇ ਆ ਜੀ। ਫਿਰ ਬੇਨਤੀ ਕਰੀ ਪਾਤਸ਼ਾਹ ਕਰ ਦਿਓ ਕਿਰਪਾ। ਪਾਤਸ਼ਾਹ ਫਿਰ ਕਹਿਣਗੇ ਲਿਖਿਆ ਨਹੀਂਗਾ, ਕਿਉਂਕਿ ਲਿਖਿਆ ਹੀ ਨਹੀਂਗਾ। ਸਹੀ ਗੱਲ ਆ, ਪਰ ਜਦੋਂ ਇਹ ਕਹਿਣਗੇ ਲਿਖਿਆ ਨਹੀਂਗਾ ਤੂੰ ਕਹਿੰਦੀ ਪਾਤਸ਼ਾਹ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਲਿਖਣਾ ਤੁਸੀਂ ਹੈ, ਇਹ ਤਾਂ ਵਿਧਾਤਾ ਹੈ, ਸਾਡੇ ਭਾਗ ਲਿਖਣ ਵਾਲਾ ਵੀ ਹੈ। ਕਹੋ ਸਤਨਾਮ। ਭਗਤੀ 'ਚ ਇੰਨੀ ਪਾਵਰ ਹੈ। ਦੂਜੇ ਦਿਨ ਬੀਬੀ ਉਸੇ ਤਰ੍ਹਾਂ ਆਈ ਤਿਆਰੀ ਕਰਕੇ, ਕਾਗਜ਼ ਕਲਮ ਸ਼ਾਹੀ ਲੈ ਕੇ। ਪਾਤਸ਼ਾਹ ਕਿਤੇ ਚੱਲੇ ਸੀ, ਘੋੜੇ 'ਤੇ ਸਵਾਰ ਹੋ ਗਏ ਸੀ, ਅੱਗੋਂ ਖੜ ਗਈ। ਪਾਤਸ਼ਾਹ ਨੇ ਘੋੜਾ ਰੋਕ ਲਿਆ, ਆਓ ਬੀਬੀ। ਪਾਤਸ਼ਾਹ ਕਿਰਪਾ ਕਰ ਦਿਓ, ਪੁੱਤਰ ਦੀ ਦਾਤ ਬਖਸ਼ਿਓ। ਬੀਬੀ ਤੈਨੂੰ ਕੱਲ੍ਹ ਕਿਹਾ ਤੇਰੇ ਭਾਗਾਂ 'ਚ ਲਿਖਿਆ ਨਹੀਂ ਹੈਗਾ। ਮਹਾਰਾਜ ਸਹੀ ਗੱਲ ਹੈ, ਨਹੀਂ ਲਿਖਿਆ ਹੋਣਾ, ਪਰ ਲਿਖਣਾ ਤੁਸੀਂ ਸੀਗਾ। ਜੇ ਉੱਥੇ ਲਿਖਿਆ ਤੇ ਹੁਣ ਲਿਖ ਦਿਓ। ਇਹਨੂੰ ਕਿਹਨੇ ਕਹਿਤਾ? ਕਹੋ ਸਤਨਾਮ। ਇਹ ਕਿਹਨੇ ਦੱਸਤਾ ਵੀ ਮੈਂ ਹੀ ਲਿਖਣਾ ਸੀਗਾ? ਹੁਣ ਕਿਵੇਂ ਜਵਾਬ ਦੇਣ? ਖੁਦ ਪਰਮੇਸ਼ਰ ਤਾਂ ਹੈਗਾ ਹੀ ਆ। ਕਹਿੰਦੇ ਲਿਆ ਫੜਾ। ਕਹਿੰਦੇ ਲਿਖਣ ਲੱਗੇ, ਏਕਾ ਪਾਉਣ ਲੱਗੇ, ਇੱਕ ਓਂਕਾਰ ਵਾਲਾ ਏਕਾ ਪਾਉਣ ਲੱਗੇ। ਜੇ ਏਕੇ ਦੀ ਹੇਠਲੀ ਕੁੰਡੀ ਗਾਂਹ ਨੂੰ ਕਰ ਲਈਏ ਤਾਂ ਸਾਤਾ ਬਣ ਜਾਂਦਾ। ਉਹ ਪਾਉਂਦਿਆਂ ਪਾਉਂਦਿਆਂ ਏਕਾ ਫੁਰਨਾ ਬਣ ਗਿਆ ਵੀ ਫੇਰ ਮੰਗਦੀ ਫਿਰੂਗੀ ਹੁਣ ਸਾਤੀ ਕਰ ਦਿਓ। ਕਹਿੰਦੇ ਲੈ ਬੀਬੀ ਦੇਣਾ ਤਾਂ ਇੱਕ ਸੀਗਾ, ਸਾਤਾ ਪੈ ਗਿਆ। ਘੋੜੇ ਨੇ ਪੈਰ ਹਿਲਾਤਾ। ਘੋੜੇ ਦੀ ਕੀ ਮਰਜ਼ੀ ਹੈ, ਹਲ ਜੂਗਾ, ਪੱਤਾ ਨਹੀਂ ਹਲ ਸਕਦਾ। ਕਹੋ ਸਤਨਾਮ ਸ੍ਰੀ। ਗੁਰੂ ਸਾਹਿਬ ਦੇ ਬਖਸ਼ਾਂ ਦੀ ਕਾਰਨ ਹੈ। ਕਹਿੰਦੇ ਏਕਾ ਇੱਕ ਬਰਿੰਦੇ ਦਿੰਦੇ 7 ਦੇਤੇ। ਕਹਿੰਦੇ ਜਾ ਬੀਬੀ ਤੇਰੇ 7 ਪੁੱਤਰ ਹੋਣਗੇ, ਪਰ ਐਂ ਕਰੀ 6 ਸਾਨੂੰ ਦੇ ਦੀ, ਇੱਕ ਤੂੰ ਰੱਖ ਲਈ, ਜੰਗਾਂ ਜੁੱਧਾਂ 'ਚ ਲੋੜ ਆ। ਕਹਿੰਦੀ ਨਾ ਜੀ ਮੈਂ ਤਾਂ ਇੱਕ ਵੀ ਨਹੀਂ ਦੇ ਸਕਦੀ, ਤੁਸੀਂ ਤਾਂ ਭਾਵੇਂ 7 ਨੇ 70 ਦੇ ਦਿਓ। ਕਹੋ ਸਤਨਾਮ ਸੀ। ਮੈਂ ਨਹੀਂ ਦੇ ਸਕਦੀ। ਪਾਤਸ਼ਾਹ ਹੱਸ ਪਏ, ਗ੍ਰਸਤੀਆਂ ਨੂੰ ਪੁੱਤਰਾਂ ਦੀ ਲੋੜ ਹੈ, ਬੱਚਿਆਂ ਦੀ ਲੋੜ ਹੈ। ਚਲੋ ਕੋਈ ਗੱਲ ਨਹੀਂ, ਸਮਾਗਮਾਂ 'ਤੇ ਸਾਰੇ ਆਇਆ ਕਰੋ। ਹਾਂਜੀ ਕਹਿੰਦੇ ਸਮਾਗਮਾਂ 'ਤੇ ਸਾਰੇ ਆਇਆ ਕਰਾਂਗੇ। ਕਹੋ ਸਤਨਾਮ ਸੀ। ਤੋ ਇਸ ਕਰਕੇ ਗੁਰੂ ਸਾਹਿਬ ਜੀ ਕਹਿ ਰਹੇ ਨੇ ਸਿੱਧਾਂ ਨੂੰ, ਜੋਗੀਆਂ ਨੂੰ ਬੜੀ ਤਾਕਤ ਹੈ। ਜੇ ਚਾਹਵਾਂ ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀ ਹੈ। ਰਤ ਪੀਣੇ, ਰਤ ਪੀਣੇ ਕੌਣ ਹੈ? ਖੂਨ ਪੀਣੇ ਰਾਜੇ ਕਿਹੜੇ ਆ ਭਲਾ? ਜਿਹੜੇ ਜਨਤਾ ਨੂੰ ਦੁੱਖ ਦਿੰਦੇ ਆ ਟੈਕਸ ਲਾ ਲਾ ਕੇ, ਉਹ ਖੂਨ ਪੀਂਦੇ ਆ ਜਨਤਾ ਦਾ। ਹੱਕ ਭਰਾਇਆ ਨਾਨਕਾ ਉਹ ਸੁਰ ਉਸ ਗਾਏ, ਗੁਰਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਕਹਿੰਦੇ ਜਿਹੜੇ ਰਾਜੇ ਦੁਨੀਆ ਨੂੰ ਦੁੱਖ ਦਿੰਦੇ ਆ ਨਾ, ਮੈਂ ਉਹਨਾਂ ਨੂੰ ਨੌਕਰ ਬਣਾ ਕੇ ਲਾ ਦਿਆਂ ਨਾਲ ਆਪਦੇ। ਕਹੋ ਸਤਨਾਮ ਸੀ। ਚਲੋ ਇੱਥੇ ਚੌਰੀ ਕਰੀ ਚਲੋ ਖੜੇ ਹੁਣ। ਗੁਰੂ ਨਾਨਕ ਦੇ ਘਰ ਵਿੱਚ ਵੱਡੇ ਵੱਡੇ ਆ ਕੇ ਤਾਂ ਡਿੱਗਦੇ ਆ, ਪਰ ਤੱਖ ਨੂੰ ਪ੍ਰਮਾਣ ਦੀ ਕੀ ਲੋੜ ਆ? ਕਹੋ ਸਤਨਾਮ ਸੀ। ਹਰਿਮੰਦਰ ਸਾਹਿਬ ਆ ਕੇ ਕੀ ਸਾਰੇ ਦੇਸ਼ਾਂ ਦੇ ਰਾਜੇ ਝੁਕਦੇ ਨਹੀਂ, ਮੱਥੇ ਨਹੀਂ ਟੇਕਦੇ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਿੱਧੋ ਇੰਨੀ ਤਾਕਤ ਹੈ ਭਗਤੀ ਦੇ ਵਿੱਚ। ਇਸੇ ਕਰਕੇ ਮੈਂ ਭਗਤੀ ਕਰਨੀ ਚਾਹੁੰਦਾ ਹਾਂ। ਭੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ, ਕਿਰਪਾ ਕਰਿਓ ਮੇਰੇ ਅੰਦਰੋਂ ਤੇਰੀ ਭਗਤੀ ਦੀ ਭਾਵਨਾ ਦਾ ਚਾਅ ਖਤਮ ਨਾ ਹੋਵੇ, ਮੈਂ ਲੱਗਿਆ ਰਹਾਂ। ਰਤ ਪੀਨੇ ਰਾਜੇ ਸਿਰੇ,
रत पीने राजे सिरे उपर रखीए, सिर दे उत्ते चौर करने वास्ते नौकर ला ला, इत्थे खड़ जाओ, चौर करी चलो हुण खड़े। एवै जापै भाओ, कहंदे इस तरह मैं उन्हां दे विच ऐसा प्रेम पैदा कर दियां, जिहड़े दुनिया नूं दुख दिंदे ना वो दुनिया दीयां जुत्तियां झाड़न ला दियां। जे मैं चाहां जिहड़े दुनिया नूं दुख दिंदे है वो दुनिया नूं नौकर बना के ला दिया। दुनिया दे अंदरों बदलना ही है ना, दिमाग ही बदलना, बुद्धि बदलनी है। हुक्म ही हुक्म चलाए राहो। पर सिद्धो मैं इन्हां चक्करां च पैंदा नहीं गा। एक दिन एक राजा पुछदा है धन गुरु नानक देव जी नूं भी रब की करदा। ते पातशाह थल्ले बैठे आ, राजा कुर्सी ते बैठा, आपदे आसन ते बैठा है। पातशाह कहने भी तू सिख बन के पुछदा कि गुरु बन के पुछदा? कहना जी सिख बन के पुछदा। कहने फिर तू थल्ले आ ना, इत्थे मैनू बैठण दे, फिर दसूंगा। को सतनाम सी। वो राजा थल्ले आ गया, पातशाह नूं कुर्सी ते बिठा लिया। कहने जी हुण दसो। कहंदे आही कुछ करदा, नीवियां नूं उच्चे कर दिंदा, उच्चियां नूं नीवें कर दिंदा। को सतनाम, तैनूं कुर्सी तो ला के हेठां बिठाता ते मैनू कुर्सी ते बिठाता। यही काम तो रब करदा। नीचों ऊंच करे मेरा गोबिंद, काहू ते ना डरै, ऐसी लाल तुझ बिन कौन करे। गरीब नवाज गुसैया मेरा माथा छतर तरे। पर मैं इन्हां चक्करां च पैंदा नहीं सिद्धो। मैं तो उहदी भगती नूं ही परमाह मुख रखदा हाँ। भी तू है सलाहना आखन लहन चाओ महला पहला। अग्गी पाला कपड़ होवे खाना होवे वाओ। कहंदे जे मैं चाहां ते अग नूं कपड़ियां वांगू पहन लवां। पाले दे विच ठंड विच अग नहीं सेकदे आपां। कहंदे जे मैं चाहां ते अग नूं मैं कपड़ियां वांगू पहन लवां, अग मैनूं मचा नहीं सकदी। इन्नी भगती तो डरदी है। भै विच पवन वह सदवाओ, भै विच चलै लख दरियाओ, भै विच अगन कढै बेगार, भै विच धरती दबी भार। जे मैं चाहां तां मैं अग नूं कपड़ियां वांगू पहन लवां। पाले दे विच लोग धूणियां ला के बहिंदे आ ना, आपां सेकदे आ, उदों आपां अग नूं पहनदे हां। पर पातशाह कहने मैं सच्ची मुच्ची अग नूं पहन लवां। धन गुरु अर्जन देव जी नूं तवी ते बिठाता चंदू ने। थल्लिओ तवी दी अग मच रही आ, उत्तों रेता पै रही आ गर्म। पर कहने तवी दे थल्लिओ लकड़ां बहुत लगियां, अग बड़ी तेज आ, पर तवी गर्म नहीं हो रही। ते सतगुरु पातशाह हैरान है भी थल्ले अग नहीं मचदी है, तवी गर्म क्यों नहीं हो रही। अखीर उन्होंने अग नूं हुक्म दिता भी तू आपदे ड्यूटी को छड्डी आ बई। तेरा काम है तवी नूं गर्म करना, मेरा काम है उत्ते बैठना, मैं आपदा काम करना, तू आपदा काम कर। कहंदे उस वेले अग्नि ने भी उन्ना चिर सेक नहीं दिता जिन्ना चिर गुरु अर्जन देव जी ने हुक्म नहीं दिता उसनूं। को सतनाम सी। नहीं चंदू किहड़े बाग दी मूली सी बई। चंदू नूं तां कोई सिंह ही झटका दिंदा, गुरु का सिख ही झटका दिंदा। कहा सी सिखां ने महाराज तुसीं क्यों तवी ते बैठ के दुख झलदे हो, ये चंदू किहड़े बाग दी मूली है, थोड़ा हुक्म करो। पातशाह कहने किन्नी की ताकत है। महाराज चंदू की असीं तां दिल्ली ते लाहौर नूं पढ़ा दईए। अच्छा इन्नी पावर कित्थों ले ली। कहंदी थोड़ी भगती चों। जे कहंदे मेरे कोल किहड़ा मुक्की आ फिर बई। जे मेरी भगती करके मेरी सेवा करके तुहाडे विच इन्नी पावर आ सकदी है, मेरे च किन्नी होगी। फिर वरते क्यों नहीं। कहने वरतनी नहीं, वरतांगे छेवें जामे च, हजे नहीं वरतनी, अगे जाके वरतांगे। हुण जो ये करदा इहनूं कर लैण दिओ। तो इस करके उन्हां सिखां नूं भी कहता भाई नहीं कोई शक्ति नहीं वरतनी आपां इत्थे। ते गुरु अर्जन देव महाराज शहीद हो गए, शरीर त्याग दिता। पर शरीर त्यागण तो पहला रावी के किनारे बैठ करके सिखां नूं हुक्म दिता भाई जेठा लंगाहा जिहड़े नाल गए सी सिख भी जाके कह दिओ हरगोबिंद नूं हुण कल्ली माला दा समा नहीं, हुण शास्त्र चक लवे, तलवार पहन लवे। दो तलवारी बधियां, एक मेरी दी एक पीरी दी।
हुण तलवार पहन लवे, हुण तां किसी ने माला भी नहीं फेरन देनी तलवार तो बगैर, तां कहो सतनाम सी। और इन्हां दुष्टां नूं सज़ा देनी है, जुल्म नूं खत्म करना है। अग्गी पाला कपड़ होवे, खाना होवे बाओ मैं जहाँ, ते भोजन बंद करके कली हवा ते रह सकदा। और गुरु नानक पातशाह जी दीयां साखियां दे विच ये आया लगभग भी गुरु नानक पातशाह ने भोजन बहुत घट छकिया, किते किते छकदे सी जदों कोई बहुत ही प्यार वाला भाई लालो वर्गा मिलदा सी। को सतनाम। हाँ, मरदाने तो भुख लगती सी, पर बाबा नानक जी पौना हारी रहिंदे सी। पातशाह कहते जे मैं चाहां तो केवल हवा ते ही हो जावां, इन्नी भगती विच पावर है, इन्नी शक्ति है। सुरगे दियां मोहनियां इस्त्रियां होवन, स्वर्गां दियां सुंदर इस्त्रियां मेरी सेवा च होण, नानक सभो जाओ। कहते सिद्धो जे किते इन्नी पावर साडे कोल आ जावे तां भी मैं इन्हां चीज़ां नूं पसंद नहीं करता, तरजीह नहीं दिंदा। भी तू है सलाहना आखण लहन चाओ, मैं परमेश्वर के नाम नूं ही तरजीह दिंदा हाँ। जोगियां कोल रिद्धियां सिद्धियां सीगियां ना, बाबा जी कहते तुहाडे कोल किहड़ी रिद्धियां सिद्धियां, जे मेरे कोल इन्नियां ताकत आ जाण मैं तां भी इन्हां नूं टच करके जानदा हाँ, मैं इन्हां नूं पसंद नहीं करदा। सुरगे दियां मोहनियां इस्त्रियां होवन, नानक सभो जाओ। पातशाह जी कहते सारियां जान वालियां हन, खत्म होने वालियां हन, नाशवंत चीज़ां नूं मैं सत्कार नहीं दिंदा, केवल ते केवल परमेश्वर का नाम ही सदा रहन वाला है, इस करके मैं नाम नाल जुड़दा हाँ। भी तू है सलाहना आखन लहन चाओ पवड़ी। अगे पौड़ी चलदी आ, इस पौड़ी दे विच धन धन श्री गुरु नानक देव जी महाराज की बख्शिश करदे न, ये विचार आपां कल दे दीवाना विच सरवण करांगे। सतगुरु पातशाह जी कहते पौड़ी, बदफैली गैवाना खसम ना जानी। जो अपने आप नूं परमेश्वर तो वड्डा समझदा है, बदफैलियां करदा, पुठे सीधे काम करदा, विकारां दे विच खचत है, सो कहिए दीवाना आपना पछाणई। कहते जिहड़ा अपने आप नूं नहीं पछाणदा कि मैं दुनिया विच लैण की आया, कलह बुरी संसार वादै खपी है, वो संसार के झगड़ियां विच ही अपना जीवन बर्बाद कर लैंदा। वो संसार की कल्पना भी झगड़ियां विच ही रह के अपना जीवन खत्म कर लैंदा, उन्हां दे अंदर प्रेम पैदा नहीं हुंदा। कलह बुरी संसार, कलह लड़ाइयां झगड़े संसार विच बड़े माड़े आ। दुनिया इसे विच ही खप खप के खत्म हो जाती आ। बिन नावै बेकार भरमै पची है, नाम तो बगैर बेकार है सारी दुनिया, सारे काम। इवें दुनिया भरमा विच पै के खत्म हो रही है, पची है, सड़ रही है। राह दोवें एक जाने सोई सिज सी। इस संसार दे विच चंगे माड़े, आस्तिक नास्तिक, गुरमुख मनमुख, ये दो राह दुनिया विच हन। पर जिहड़ा इन्हां दोनां विच एक परमेश्वर दे हुक्म नूं समझे, ओहो ही दुनिया नूं जित के जा सकदा, ओहो ही मुक्त होवेगा। हिंदू मत, मुसलमान मत, आस्तिक नास्तिक, गुरमुख मनमुख, चंगा माड़ा आदि, इन्हां दोवां दे विच एक परमेश्वर ही वरत रहा है। जिन्हें ये गल समझ ली ओही काल चों मुक्त हो सकता है। कुफर गो कुफराने पिया दज सी, नहीं तो संसार जिहड़ा है झूठ दे विच फसिया होया, झूठ बोलदा है। कुफराना उन्हां दे अंदर झूठ ही आउंदा है, भाव वो नरकां दे विच पिया फिर दज सी, नरकां दी अग्नि विच सड़दा है। ओह कुफर गो कुफराने, जिहड़ा झूठे संसार में झूठ बोलदा है, झूठ नूं इकट्ठा करदा है, कहंदे वो फिर नरकां दी अग विच सिटिया जांदा है, उत्थे पिया फिर सड़दा है। सब दुनिया सुबहान सत समाई है। सतगुरु पातशाह जी कहंदे ये कुदरत जिहड़ी है परमेश्वर की बनाई हुई सलाउण योग है। सुबहान भाव सुंदर है, उस्तत करन योग है। कुदरत करके वसिया सोए,
ਫੁੱਲਾਂ ਦੇ ਪੌਦਿਆਂ ਨੂੰ ਵੇਖ ਕੇ ਖੁਸ਼ ਹੋਵੋ ਕਿ ਕਿੱਡੇ ਸੋਹਣੇ ਬਣਾਏ ਆ, ਇਹਨਾਂ ਨੂੰ ਬਣਾਉਣ ਵਾਲਾ ਕਿੱਡਾ ਸੋਹਣਾ ਹੋਵੇਗਾ। ਜਿਹਨੇ ਕੁਦਰਤ ਸਾਜੀ ਉਹ ਆਪ ਕਿੰਨਾ ਸੁੰਦਰ ਹੋਵੇਗਾ। ਜਿਤਨੇ ਇਤਨੇ ਸੁੰਦਰ ਮਨੁੱਖ ਇਸਤਰੀਆਂ, ਇਤਨੇ ਸੁੰਦਰ ਪਸ਼ੂ ਪੰਛੀ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ ਇਹ ਸ੍ਰਿਸ਼ਟੀ ਜਿਹਨੇ ਬਣਾਈ ਆ, ਉਹਦੇ ਕਿੰਨੇ ਰੰਗ ਹੋਣਗੇ। ਰੰਗ ਸਭੇ ਨਾਰਾਇਣੇ ਜੇਤੇ ਮਨ ਪਾਵਨ, ਇਹ ਸਾਰੇ ਉਹਦੇ ਰੰਗ ਹਨ। ਸਿੱਖੋ ਸਿੱਧੋ ਆਓ ਉਸ ਨੂੰ ਸਲਾਹੀਏ, ਸਭ ਦੁਨੀਆ ਸੁਬਹਾਨ ਸਸ ਸਮਾਈ ਹੈ, ਸਿੱਝਿਆ ਦਰ ਦੀਵਾਨ ਆਪ ਗਵਾਈਆ। ਆਓ ਉਹਦੇ ਦਰ ਤੇ ਸਿੱਝਣਾ ਭਾਵ ਪ੍ਰਵਾਨ ਹੋਣਾ, ਸਿੱਝਣਾ ਭਾਵ ਜਿੱਤ ਜਾਣਾ। ਜੇ ਇਹ ਜ਼ਿੰਦਗੀ ਨੂੰ ਜਿੱਤ ਕੇ ਜਾਣਾ, ਸੰਸਾਰ ਤੋਂ ਮੁਕਤ ਹੋਣਾ ਤੇ ਉਹਦੇ ਵਿੱਚ ਸਮਾਉਣ ਵਾਸਤੇ ਉਹਨੂੰ ਜਪਣਾ ਚਾਹੀਏ। ਤਾਂ ਤੇ ਇੰਨਾ ਕੁਝ ਹੁੰਦੇ ਹੋਏ ਵੀ ਭੀ ਤੂੰ ਹੈ ਸਲਾਹਣਾ ਆਖਣ ਲਹੈ ਨਾ ਚਾਓ, ਮੈਂ ਫਿਰ ਵੀ ਤੈਨੂੰ ਹੀ ਸਿਮਰਦਾ ਹਾਂ। ਬੇਨਤੀ ਕਰਦਾ ਕਿ ਤੇਰੇ ਸਿਮਰਨ ਦੇ ਵਿੱਚ ਮੈਂ, ਨੇਮ ਦੇ ਵਿੱਚ, ਸਿਮਰਨ ਦੇ ਵਿੱਚ, ਭਜਨ ਬੰਦਗੀ ਭਗਤੀ ਦੇ ਵਿੱਚ ਮੈਂ ਕਦੇ ਵੀ ਰੁਕਾਂ ਨਾ, ਚੱਲਦਾ ਰਹਾਂ। ਮੇਰੇ ਅੰਦਰ ਤੈਨੂੰ ਪਾਉਣ ਦਾ ਚਾਅ ਬਣਿਆ ਰਹੇ। ਜਿਵੇਂ ਬਾਬਾ ਫਰੀਦ ਜੀ ਬੁਢਾਪੇ ਤੱਕ ਗੱਲ ਕਰਦੇ ਹੈ, ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹਿਓ ਪਿੜ ਦੇਖਣ ਕੀ ਆਸ। ਕਾਮੋ ਸਾਰਾ ਸਰੀਰ ਖਾ ਲਿਆ ਪਰ ਮੇਰੀਆਂ ਅੱਖਾਂ ਛੱਡ ਦਿਓ, ਮੈਨੂੰ ਪਰਮੇਸ਼ਰ ਦੇ ਦਰਸ਼ਨ ਕਰਨ ਦੀ ਹਜੇ ਵੀ ਇੱਛਾ ਹੈ। ਇਸ ਕਰਕੇ ਅਖੀਰ ਤੱਕ ਪਰਮੇਸ਼ਰ ਨੂੰ ਮਿਲਣ ਦਾ ਜਿਹੜਾ ਚਾਅ ਉਹ ਬਣਿਆ ਰਹੇ। ਇਹ ਸੀ ਪਵਿੱਤਰ ਸ਼ਬਦ ਦੇ ਵਿਚਾਰ। ਅਗਲੇ ਸ਼ਬਦ ਦੇ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।